ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਸਰਕਾਰ ਨੇ ਇੱਕ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਜਿਨ੍ਹਾਂ ਬੀਬੀਆਂ ਉੱਤੇ ਐਸਿਡ ਅਟੈਕ ਮਤਲਬ ਕਿ ਤੇਜ਼ਾਬੀ ਹਮਲਾ ਹੋਏਗਾ ਉਹਨਾਂ ਦਾ ਇਲਾਜ ਮੁਫਤ ਕੀਤਾ ਜਾਏਗਾ। ਇਸ ਤੋਂ ਇਲਾਵਾ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਏਗਾ। ਮੁੱਖ ਮੰਤਰੀ ਨੇ ਇਸ ਨੀਤੀ ਦੇ ਖਰੜੇ ਨੂੰ ਮਨਜ਼ੂਰ ਕਰ ਲਿਆ ਹੈ। ਹੁਣ ਇਸ ਖਰੜੇ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਨੀਤੀ ਬਣਾ ਦਿੱਤਾ ਜਾਏਗਾ। ਪੰਜਾਬ ਸਰਕਾਰ ਨੇ ਇਹ ਪਹਿਲਕਦਮੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਘੂਰੇ ਜਾਣ ਤੋਂ ਬਾਅਦ ਕੀਤੀ ਹੈ। ਇਸ ਨੀਤੀ ਦਾ ਮਤਲਬ ਇਹ ਵੀ ਹੈ ਕਿ ਸਰਕਾਰ ਨੇ ਇਸ ਮਸਲੇ ਦੀ ਅਹਿਮੀਅਤ ਨੂੰ ਪ੍ਰਵਾਨ ਕਰ ਲਿਆ ਹੈ। ਮੁਫਤ ਇਲਾਜ ਅਤੇ ਮੁਆਵਜ਼ੇ ਦੀ ਲੋੜ ਤਾਂ ਸੀ, ਪਰ ਇਸ ਨਾਲ ਇਹ ਮਸਲਾ ਹੱਲ ਹੋ ਜਾਣ ਵਾਲਾ ਨਹੀਂ ਜਾਪਦਾ। ਕੁੜੀਆਂ ਉੱਤੇ ਤੇਜ਼ਾਬ ਛੁੱਟਣ ਦੇ ਕਈ ਮਾਮਲੇ ਸਾਹਮਣੇ ਆਏ ਨੇ। ਅਜਿਹੇ ਹਰ ਹਮਲੇ ਦੇ ਕਾਰਨ ਵੱਖਰੇ ਹੋ ਸਕਦੇ ਨੇ, ਪਰ ਕੁਝ ਨੁਕਤੇ ਬਿਲਕੁਲ ਸਾਫ਼ ਨੇ। ਇਹ ਹਿੰਸਾ ਦਾ ਬਹੁਤ ਕਰੂਰ ਰੂਪ ਹੈ ਤੇ ਦੂਜਾ ਪੀੜਤ ਇਸ ਹਮਲੇ ਦੀ ਪੀੜ ਤਾਂ ਉਮਰ ਹੰਡਾਉਂਦੀ ਹੈ। ਤੇਜ਼ਾਬੀ ਹਮਲੇ ਵਿੱਚ ਬਚ ਜਾਣ ਤੋਂ ਬਾਅਦ ਸਭ ਤੋਂ ਅਹਿਮ ਮਸਲਾ ਜਲ ਗਏ ਚਿਹਰੇ ਦੀ ਸਰਜਰੀ ਅਤੇ ਪੀੜਤ ਦੀ ਮਨੋਦਸ਼ਾ ਦਾ ਹੁੰਦਾ ਹੈ। ਕਈ ਤਰ੍ਹਾਂ ਦੇ ਆਪਰੇਸ਼ਨਾਂ ਤੋਂ ਬਾਅਦ ਪੀੜਤ ਦੀ ਪੁਰਾਣੀ ਦਿੱਖ ਮੁੜ ਬਹਾਲ ਹੋਣ ਦੀ ਸੰਭਾਵਨਾ ਹੀ ਬਣਦੀ ਹੈ। ਦੂਜਾ ਪੱਖ ਇਹ ਹੈ ਕਿ ਤੇਜ਼ਾਬੀ ਹਮਲਾ ਪੀੜਤ ਉੱਤੇ ਮਹਿਜ਼ ਜਿਸਮਾਨੀ ਹਮਲਾ ਨਹੀਂ ਹੈ। ਜਦੋਂ ਪੀੜਤ ਦੀ ਜਿਸਮਾਨੀ ਪੀੜ ਘਟ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਪਛਾਣਨ ਦੀ ਹਾਲਤ ਵਿੱਚ ਨਹੀਂ ਹੁੰਦੀ। ਇਸ ਨਾਲ ਉਸ ਦਾ ਮਾਨਸਿਕ ਅਤੇ ਭਾਵਨਾਤਮਕ ਸੰਕਟ ਦੋਹਰਾ ਹੋ ਜਾਂਦਾ ਹੈ। ਇਸ ਤਰ੍ਹਾਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਣ ਵਾਲੀਆਂ ਬੀਬੀਆਂ ਦੀ ਮੁੜ ਬਹਾਲੀ ਬਹੁਤ ਵੱਡਾ ਮਸਲਾ ਹੈ। ਇੱਕ ਪਾਸੇ ਇਲਾਜ ਉੱਤੇ ਖਰਚਾ ਹੁੰਦਾ ਹੈ ਤੇ ਦੂਜੇ ਪਾਸੇ ਜ਼ਿੰਦਗੀ ਨੂੰ ਨਵੀਂ ਤਰਜ਼ ਵਿੱਚ ਤੋਰਨ ਦਾ ਸਵਾਲ ਖੜਾ ਹੁੰਦਾ ਹੈ। ਜੇ ਪੀੜਤ ਦਾ ਪਿਛੋਕੜ ਗਰੀਬੀ ਵਾਲਾ ਹੋਵੇ ਤਾਂ ਉਸ ਦੀ ਮੁੜ ਬਹਾਲੀ ਦੀ ਸੰਭਾਵਨਾ ਤਕਰੀਬਨ ਖਤਮ ਹੋ ਜਾਂਦੀ ਹੈ। ਤੇਜ਼ਾਬੀ ਹਮਲਿਆਂ ਦੀਆਂ ਵਾਰਦਾਤਾਂ ਕਾਰਨ ਹਰਿਆਣਾ ਨੇ ਨੀਤੀ ਬਣਾਈ ਸੀ ਜਿਸ ਤਹਿਤ ਪੀੜਤ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ਅਤੇ ਉਸ ਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਇਸੇ ਤਰਜ਼ ਦੀ ਨੀਤੀ ਬਣਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੋਕ ਹਿੱਤ ਪਟੀਸ਼ਨ ਦਰਜ ਕੀਤੀ ਗਈ ਸੀ। ਜਦੋਂ ਅਦਾਲਤ ਵਿੱਚ ਇਸਤਗਾਸਾ ਪੱਖ ਦੇ ਵਕੀਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੀਤੀ ਬਣਾਉਣ ਦੀ ਥਾਂ ਤੇ ਟਾਲਾ ਵੱਟ ਰਹੀ ਹੈ ਤਾਂ ਹਾਈ ਕੋਰਟ ਨੇ ਸਖਤ ਤਾੜਨਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਲਿਖਿਆ, ਤੇਜ਼ਾਬੀ ਹਮਲੇ ਦਾ ਸ਼ਿਕਾਰ ਬੀਬੀਆਂ ਭਿਖਾਰੀ ਨਹੀਂ ਹਨ। ਜੇ ਸਰਕਾਰ ਉਹਨਾਂ ਦੇ ਮੁਫਤ ਇਲਾਜ ਦੀ ਨੀਤੀ ਨਹੀਂ ਬਣਾ ਸਕਦੀ ਤਾਂ ਅਦਾਲਤ ਨੂੰ ਆਪਣੇ ਅਖਤਿਆਰ ਦੀ ਵਰਤੋਂ ਕਰਕੇ ਨੀਤੀ ਬਣਾਉਣੀ ਪਏਗੀ। ਅਦਾਲਤ ਦੇ ਨੋਟਿਸ ਤੋਂ ਬਾਅਦ ਨੀਤੀ ਦਾ ਖਰੜਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਇਹ ਖਰੜਾ ਮੰਤਰੀ ਮੰਡਲ ਦੀ ਬੈਠਕ ਵਿੱਚ ਪੇਸ਼ ਕੀਤਾ ਜਾਏਗਾ। ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਇਹ ਖਰੜਾ ਨੀਤੀ ਬਣ ਜਾਏਗਾ। ਤੇਜ਼ਾਬੀ ਹਮਲਿਆਂ ਲਈ ਆਮ ਤੌਰ ਤੇ ਹਾਈਡਰੋਕਲੋਰਿਕ ਅਤੇ ਸਲਫਿਊਰਿਕ ਐਸਿਡ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਰਸਾਇਣਾਂ ਦੀ ਖਰੀਦੋ ਫਰੋਖਤ ਨੂੰ ਵੀ ਕਿਸੇ ਕਾਇਦੇ ਕਾਨੂੰਨ ਵਿੱਚ ਲਿਆਉਣ ਦੀ ਤਜਵੀਜ਼ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਇਸ ਤਕਨੀਕ ਨੂੰ ਸਹੀ ਭਾਵਨਾ ਨਾਲ ਲਾਗੂ ਕਰਨਾ ਵੀ ਯਕੀਨੀ ਬਣਾਇਆ ਜਾਏ। ਇਸ ਨੀਤੀ ਨਾਲ ਇਲਾਜ ਤਾਂ ਹੋ ਜਾਏਗਾ, ਪਰ ਰੋਕਥਾਮ ਦਾ ਅਹਿਮ ਮਸਲਾ ਜਿਉਂ ਦਾ ਤਿਉਂ ਸਵਾਲ ਬਣ ਕੇ ਅਟਕਿਆ ਹੋਇਆ ਹੈ। ਔਰਤਾਂ ਖਿਲਾਫ ਹਿੰਸਾ ਦਾ ਇੱਕ ਰੂਪ ਤੇਜ਼ਾਬੀ ਹਮਲੇ ਨੇ। ਉਂਝ ਇਹ ਹਮਲੇ ਮਰਦਾਂ ਉੱਤੇ ਵੀ ਹੋ ਸਕਦੇ ਨੇ, ਕਿਉਂਕਿ ਜ਼ਿਆਦਾਤਰ ਹਮਲੇ ਔਰਤਾਂ ਉੱਤੇ ਹੁੰਦੇ ਨੇ, ਇਸ ਲਈ ਨੀਤੀ ਦਾ ਮੁਹਾਨ ਉਹਨਾਂ ਵੱਲ ਹੀ ਹੈ। ਔਰਤਾਂ ਖਿਲਾਫ ਸਮੁੱਚੀ ਹਿੰਸਾ ਦੇ ਕਾਰਨ ਤੇਜ਼ਾਬੀ ਹਮਲਿਆਂ ਦੇ ਮਾਮਲੇ ਵਿੱਚ ਵੀ ਲਾਗੂ ਹੁੰਦੇ ਨੇ। ਸੋ ਸਵਾਲ ਇਹ ਵੀ ਹੈ ਕਿ ਪੀੜਤਾ ਦੀ ਮੁੜ ਬਹਾਲੀ ਆਪਣੀ ਥਾਂ ਤੇ ਹੈ, ਪਰ ਹਿੰਸਾ ਦੇ ਇਸ ਰੁਝਾਨ ਨੂੰ ਰੋਕਣਾ ਬਹੁਤ ਅਹਿਮ ਹੈ। ਹਮਲਾਵਰਾਂ ਦੇ ਵਿਗੜੇ ਮਾਨਸਿਕ ਤਮਾਜ਼ਨ ਨੂੰ ਹੀ ਤੇਜ਼ਾਬੀ ਹਮਲਿਆਂ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ। ਇਸ ਵਿੱਚ ਸਮਾਜਿਕ ਸੋਚ ਦੀ ਆਪਣੀ ਭੂਮਿਕਾ ਹੈ। ਇਹਨਾਂ ਸਾਰੇ ਪੱਖਾਂ ਉੱਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ HC ਅਰੋੜਾ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ। ਇਹਨਾਂ ਨੇ ਹੀ ਇਸ ਮਾਮਲੇ ਵਿੱਚ ਅਦਾਲਤ ਤੱਕ ਪਹੁੰਚ ਕੀਤੀ ਸੀ। ਪੂਨਮ ਸਿੰਘ, ਜੋ ਪ੍ਰੀਤਲੜੀ ਰਸਾਲੇ ਦੀ ਸੰਪਾਦਕ ਨੇ ਤੇ ਔਰਤਾਂ ਦੇ ਮਾਮਲਿਆਂ ਵਿੱਚ ਲਗਾਤਾਰ ਲਿਖਦੇ ਪੜ੍ਹਦੇ ਰਹਿੰਦੇ ਨੇ। ਰਜਨੀ ਸ਼ਾਲੀਨ ਚੋਪੜਾ, ਜੋ ਪਹਿਲਾਂ ਪੱਤਰਕਾਰ ਸਨ ਤੇ ਹੁਣ ਬ੍ਰਾਂਡ ਮੈਨੇਜਮੈਂਟ ਦਾ ਕੰਮ ਕਰਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਅਰੋੜਾ ਸਾਹਿਬ, ਤੁਸੀਂ ਅਦਾਲਤ ਤੱਕ ਪਹੁੰਚ ਕੀਤੀ ਇਸ ਮਾਮਲੇ 'ਚ। ਤੁਹਾਡੀ ਹੀ ਪਹਿਲ ਕਦਮੀ ਦੇ ਉੱਤੇ ਇਹ ਜਿਹੜਾ ਡਰਾਫਟ ਪਾਲਿਸੀ ਸਾਹਮਣੇ ਆਈ ਹੈ, ਤੁਸੀਂ ਸੰਤੁਸ਼ਟ ਹੋ ਜੋ ਜਿਸ ਕਿਸਮ ਦੀ ਪਹਿਲ ਕਦਮੀ ਹੋ ਰਹੀ ਹੈ? ਪਹਿਲ ਕਦਮੀ ਤੋਂ ਤਾਂ ਸੰਤੁਸ਼ਟ ਹਾਂ, ਕਿਉਂਕਿ ਮੈਂ ਜੋ ਮੰਗ ਕੀਤੀ ਸੀ ਉਸ ਦੇ ਵਿਚਾਰ ਗੰਭੀਰਤਾ ਨਾਲ ਹੋਣਾ ਸ਼ੁਰੂ ਹੋ ਗਏ ਜੀ। ਪਰ ਜਿੱਥੋਂ ਤੱਕ ਮੇਰਾ ਨੌਲੇਜ ਹੈ, ਸਿਰਫ ਇਹਨਾਂ ਨੇ ਫ੍ਰੀ ਟ੍ਰੀਟਮੈਂਟ ਦੀ ਅਜੇ ਤੱਕ ਗੱਲ ਕੀਤੀ, ਕੰਪਨਸੇਸ਼ਨ ਤੇ ਨਹੀਂ ਆਏ। ਕੰਪਨਸੇਸ਼ਨ ਔਰ ਰਿਹੈਬਿਲਿਟੇਸ਼ਨ ਜੀ, ਇਹ ਦੋ ਬਹੁਤ ਮਹੱਤਵਪੂਰਨ ਐਸਪੈਕਟ ਨੇ ਟ੍ਰੀਟਮੈਂਟ ਤੋਂ ਬਾਅਦ। ਅਖਬਾਰਾਂ ਦੇ ਵਿੱਚ ਅੱਜ ਜਿਹੜਾ ਲਿਖਿਆ ਹੋਇਆ ਉਹ ਇਹ ਹੈ ਫ੍ਰੀ ਟ੍ਰੀਟਮੈਂਟ ਓਬਲੀਕ ਕੰਪਨਸੇਸ਼ਨ। ਉਹ ਥੋੜਾ ਕਨਫਿਊਜ਼ਨ ਸੀ ਜੇ ਉਸ ਨੂੰ ਮੰਨ ਵੀ ਲਿਆ ਜਾਵੇ, ਕਿਉਂਕਿ ਹਾਈ ਕੋਰਟ ਨੇ ਇਹ ਆਰਡਰ ਕੀਤਾ ਸੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਹਰਿਆਣੇ ਦੇ ਪੈਟਰਨ ਤੇ ਫ੍ਰੀ ਟ੍ਰੀਟਮੈਂਟ ਔਰ ਕੰਪਨਸੇਸ਼ਨ ਦੀ ਪਾਲਿਸੀ ਬਣਾਓ ਜੀ। ਹਰਿਆਣੇ ਦਾ ਪੈਟਰਨ ਦੇਖੀਏ ਤਾਂ ਉੱਥੇ ਫ੍ਰੀ ਟ੍ਰੀਟਮੈਂਟ ਤਾਂ ਅੱਛੇ ਹਸਪੀਟਲਾਂ ਦੇ ਵਿੱਚ, ਜਿਸ ਤਰ੍ਹਾਂ ਫੋਰਟਿਸ ਹਸਪੀਟਲ ਹੈ, ਹੋਰ ਕਈ ਹਸਪੀਟਲ ਨੇ ਆਪਣੇ ਹਰਿਆਣੇ ਦੇ, ਪੰਜਾਬ ਦੇ, ਉਹਨਾਂ ਵਿੱਚ ਫ੍ਰੀ ਟ੍ਰੀਟਮੈਂਟ ਦੀ ਫੈਸਿਲਿਟੀ ਦਿੱਤੀ ਹੈ। ਪਰ ਕੰਪਨਸੇਸ਼ਨ ਦੇ ਨਾਂ ਤੇ ਇੱਕ ਇਨਸਲਟ ਟੂ ਦਾ ਇੰਜਰੀ ਵਾਲੀ ਗੱਲ ਕੀਤੀ। ਸਿਰਫ 25,000 ਰੁਪਏ ਰੱਖਿਆ ਹੈ, ਜਿਹੜਾ ਕਿ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਨਾ ਦੇਣ ਤੋਂ ਜ਼ਿਆਦਾ ਬੈਟਰ ਹੋਏਗਾ। ਇਸ ਤੋਂ ਵੱਡੀ ਬੇਇੱਜ਼ਤੀ ਹੋ ਨਹੀਂ ਸਕਦੀ ਕਿਸੇ ਐਸਿਡ ਅਟੈਕ ਵਿਕਟਮ ਦੀ ਜੀ। ਸੋ ਰਿਹੈਬਿਲਿਟੇਸ਼ਨ ਦਾ ਪੱਖ ਵੀ ਅਧੂਰਾ ਹੈ ਔਰ
ਇਹ ਜਿਹੜਾ ਹੈ ਕੰਪਨਸੇਸ਼ਨ ਦਾ ਪੱਖ ਵੀ ਬਹੁਤ ਅਧੂਰਾ ਹੈ, ਕਿਉਂਕਿ ਮੈਂ ਬਹੁਤ ਨੇੜਿਓਂ ਦੇਖਿਆ ਕੁਝ ਐਸਿਡ ਅਟੈਕ ਵਿਕਟਮ ਨੂੰ ਜਿਨ੍ਹਾਂ ਦੇ ਮੈਂ ਕੇਸ ਲਏ ਸੀਗੇ ਜੀ, ਔਰ ਉਹਨਾਂ ਦੇ ਜਿਹੜੇ ਟਰਾਮੇ 'ਚੋਂ ਲੰਘਦੇ ਹੈਗੇ ਨੇ ਉਹਨੂੰ ਕੋਈ ਵੀ ਅਮਾਊਂਟ ਕੰਪਨਸੇਸ਼ਨ ਨਹੀਂ ਕਰ ਸਕਦਾ, ਔਰ ਉਹ ਸ਼ਾਇਦ ਚਿਹਰਾ ਦੁਬਾਰਾ ਆ ਵੀ ਨਹੀਂ ਸਕਦਾ, ਜਿੰਨਾ ਮਰਜ਼ੀ ਉਹਦੇ 'ਤੇ ਕਰੋੜਾਂ ਰੁਪਏ ਖਰਚ ਹੋ ਜਾਣ, ਚਾਹੇ ਲੱਖਾਂ ਰੁਪਏ ਖਰਚ ਹੋ ਜਾਣ। ਜੀ, ਔਰ ਜਿਹੜੇ ਉਹ 5 ਜਾਂ 7 ਸਾਲਾਂ 'ਚ ਲੰਘਣਾ ਪੈਂਦਾ ਜੀ, ਉਹ ਵੀ ਇੱਕ ਨਰਕ ਹੈ ਆਪਣੇ ਆਪ ਦੇ ਵਿੱਚ। ਮਤਲਬ ਬਿਹਤਰ ਤੋਂ ਬਿਹਤਰ ਟ੍ਰੀਟਮੈਂਟ ਲਈ ਵੀ ਤੁਹਾਨੂੰ 5-7 ਸਾਲ ਘੱਟੋ ਘੱਟ ਲੱਗਣਗੇ, ਔਰ ਪੂਰੀ ਤਰ੍ਹਾਂ ਕੋਈ ਵੀ ਠੀਕ ਨਹੀਂ ਹੁੰਦਾ। ਮੈਂ ਦੇਖਿਆ ਕਿ ਇੰਦਰਜੀਤ ਕੌਰ ਜਿਹੜੀ ਮਰਿੰਡਾ ਵਾਲੀ ਹੈ, ਇਹਨਾਂ ਦਾ ਅੱਖ ਦਾ ਇਲਾਜ ਚੱਲ ਰਿਹਾ ਚੇਨਈ ਦੇ ਵਿੱਚ, ਇੱਕ ਅੱਖ ਤਾਂ ਚਲੀ ਗਈ, ਰੋਸ਼ਨੀ ਉਹਦੇ 'ਚ ਨਹੀਂ ਆ ਸਕਦੀ, ਡਾਕਟਰਸ ਨੇ ਕਹਿ ਦਿੱਤਾ ਜੀ, ਦੂਸਰੇ ਦੇ ਵਿੱਚ ਉਹਨਾਂ ਨੇ ਕੁਝ ਪ੍ਰੋਬਲਮ ਆ ਰਹੀ ਸੀ ਆਪਰੇਸ਼ਨ 'ਚ, ਕੁਝ ਨਏ ਕਿਸਮ ਦੇ ਇੰਜੈਕਸ਼ਨ ਆਏ ਨੇ ਜਿਹੜੇ ਲਗਾ ਕੇ ਉਹਨਾਂ ਨੇ ਦੇਖਿਆ 3 ਜਾਂ 4 ਫੁੱਟ ਤੱਕ ਉਹਨੂੰ ਦਿਖਣਾ ਸ਼ੁਰੂ ਹੋ ਗਿਆ, ਔਰ ਡਾਕਟਰਾਂ ਦਾ ਵਿਸ਼ਵਾਸ ਹੈ ਕਿ ਇੱਕ ਇੰਜੈਕਸ਼ਨ ਹੋਰ ਲੱਗਣ ਤੋਂ ਬਾਅਦ 7-8 ਫੁੱਟ ਤੱਕ ਰੋਸ਼ਨੀ ਆ ਜਾਏਗੀ, ਬਸ ਜ਼ਿੰਦਗੀ ਵਿੱਚ ਉਹ 7-8 ਫੁੱਟ ਤੱਕ ਹੀ ਦੇਖ ਸਕੇਗੀ ਅੱਛੀ ਤਰ੍ਹਾਂ। ਜੀ, ਸੋ ਇਹਨਾਂ ਮਤਲਬ ਜੇ ਚੀਜ਼ਾਂ ਦਾ ਪੂਰਾ ਧਿਆਨ ਨਹੀਂ, ਦਿਨ ਦੇ ਵਿੱਚ ਸੂਰਜ ਚੜਿਆ ਹੋਵੇ ਤਾਂ ਹੀ ਤੁਰ ਫਿਰਨ ਦੇ ਲਾਇਕ ਨਾ ਉਹਨੂੰ ਕਦੇ ਕੋਈ ਨੌਕਰੀ ਮਿਲਣ ਵਾਲੀ ਹੈ, ਕੋਈ ਦੇਗਾ, ਜੀ, ਚਾਹੇ ਹੈਂਡੀਕੈਪ ਨੂੰ ਦਿੰਦੇ ਨੇ ਚਾਹੇ ਨਹੀਂ ਦਿੰਦੇ, ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਬੇਵਸ ਔਰਤ ਨੂੰ ਕੋਈ ਨੌਕਰੀ ਦੇਵੇਗਾ। ਜੀ, ਸੋ ਰਿਹੈਬਿਲਿਟੇਸ਼ਨ ਵਾਸਤੇ ਔਰ ਕੰਪਨਸੇਸ਼ਨ ਵਾਸਤੇ ਜਿਹੜੇ ਹੈਗੇ ਨੇ ਕੁਛ ਨਾ ਕੁਛ ਅੱਛੀ ਪਾਲਿਸੀ ਬਣਾਉਣ ਦੀ ਜ਼ਰੂਰਤ, ਟ੍ਰੀਟਮੈਂਟ ਤੋਂ ਵੀ ਜ਼ਿਆਦਾ ਮੈਂ ਸਮਝਦਾ ਜ਼ਰੂਰੀ ਹੈ। ਜੀ, ਪੂਨਮ ਤੁਸੀਂ ਔਰਤਾਂ ਦੇ ਮਸਲਿਆਂ ਤੇ ਲਗਾਤਾਰ ਲਿਖਦੇ ਪੜ੍ਹਦੇ ਰਹਿੰਦੇ ਹੋ ਤੇ ਬਤੌਰ ਕਾਰਕੁਨ ਵੀ ਤੁਸੀਂ ਬਹੁਤ ਸਾਲਾਂ ਤੋਂ ਸਰਗਰਮ ਹੋ, ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਇਹ ਬਹੁਤ ਹੀ ਅਫਸੋਸਨਾਕ ਹੈ, ਇਸ ਨਾਲੋਂ ਵੱਧ ਅਫਸੋਸਨਾਕ ਕੀ ਹੋ ਸਕਦਾ ਹੈ। ਬਹੁਤ ਦਿਲ ਦਹਿਲਾ ਦੇਣ ਵਾਲੇ ਚੀਜ਼ਾਂ ਅਸੀਂ ਦੇਖੀਆਂ ਨੇ, ਚਿਹਰੇ ਦੇਖੇ ਨੇ। ਮੈਂ ਕਹਾਂਗੀ ਕਿ ਔਰਤ ਦੀ ਜੋ ਪੋਜੀਸ਼ਨ ਹੈ ਉਹਦੇ ਵਿੱਚ ਇੱਕ ਤਬਦੀਲੀ ਆ ਰਹੀ ਹੈ, ਉਹ ਤਬਦੀਲੀ ਜੋ ਹੈ ਉਹ ਕਬੂਲ ਨਹੀਂ ਕੀਤੀ ਜਾ ਰਹੀ, ਉਹਦੇ ਵਾਸਤੇ ਥਾਂ ਨਹੀਂ ਬਣ ਰਹੀ। ਇਹਦੇ ਵਾਸਤੇ ਸਰਕਾਰ ਨੇ ਬਹੁਤ ਅਜੇ ਕੰਮ ਕਰਨਾ ਹੈ, ਬਹੁਤ ਇਸ ਚੀਜ਼ ਨੂੰ ਅਹਿਮੀਅਤ ਦੇਣੀ ਹੈ ਕਿ ਜੋ ਨਵੀਆਂ ਨੀਤੀਆਂ ਆਰਥਿਕ ਹਾਲਾਤ ਬਦਲਣ ਵਾਸਤੇ, ਸੋਸ਼ਲ ਹਾਲਾਤ ਬਦਲਣ ਵਾਸਤੇ ਲਿਆ ਰਹੀਆਂ ਨੇ ਸਰਕਾਰਾਂ, ਉਹਦੇ ਵਾਸਤੇ ਮਾਨਸਿਕ ਤੌਰ ਤੇ ਲੋਕਾਂ ਨੂੰ ਤਿਆਰ ਕਰਨਾ ਇਹ ਬਹੁਤ ਜ਼ਰੂਰੀ ਹੈ। ਤੇ ਲੇਕਿਨ ਇਹ ਠੀਕ ਹੈ ਕਿ ਜਿੰਨੇ ਸਖਤ ਕਾਨੂੰਨ ਹੋਣਗੇ ਉਨਾ ਹੀ ਇਸ ਚੀਜ਼ ਦਾ ਫਾਇਦਾ ਹੋਏਗਾ ਕਿ ਅਗਾਂਹ ਕੋਈ ਕਰਨ ਵਾਲੇ ਇਸ ਚੀਜ਼ ਤੋਂ ਵਰਜੇ ਜਾਣ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ। ਕਿਉਂਕਿ ਸਾਡਾ ਜੋ ਸਮਾਜ ਹੈ ਉਹਦੇ ਵਿੱਚ ਇੱਕ ਅਜੀਬ ਗੱਲ ਦੇਖਣ 'ਚ ਆਉਂਦੀ ਹੈ ਕਿ ਲੜਕਿਆਂ ਨੂੰ ਖਾਸ ਕਰਕੇ ਜੋ ਮਰਜ਼ੀ ਉਹ ਕਰਨ ਤੇ ਜੋ ਮਰਜ਼ੀ ਉਹ ਮੰਗਣ, ਉਹਦੇ ਵਾਸਤੇ ਇੱਕ ਖੁੱਲ੍ਹ ਦਿੱਤੀ ਜਾਂਦੀ ਹੈ। ਇਹਦੀ ਇੱਛਾ ਪੂਰੀ ਕਰੋ, ਇਹ ਜੋ ਕਹਿੰਦਾ ਹੈ ਪੂਰੀ ਕਰ ਦਿਓ, ਨਹੀਂ ਤਾਂ ਇਹ ਦਬ ਜਾਏਗਾ, ਇਹਦੀ ਇੱਛਾ ਖਰਾਬ ਹੋ ਜਾਏਗੀ, ਜੋ ਵੀ ਹੈ। ਉਸ ਦੇ ਅਧੀਨ ਜੋ ਹੈ ਲੜਕੇ ਕੁਝ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਉਹਨਾਂ ਨੂੰ ਜ਼ਰਾ ਵੀ ਨਾ ਹੋਵੇ ਤੇ ਉਹਨਾਂ ਦਾ ਤਵਾਜ਼ਨ ਹੀ ਵਿਗੜ ਜਾਂਦਾ ਹੈ। ਜੀ, ਸੋ ਇਹ ਸਾਰੀ ਚੀਜ਼ ਦੇ ਵਾਸਤੇ ਇੱਕ ਬਹੁਤ ਵੱਡੇ ਤੌਰ ਦੇ ਉੱਤੇ ਮੁਹਿੰਮ ਚੱਲਣੀ ਚਾਹੀਦੀ ਹੈ ਜੋ ਔਰਤਾਂ ਦੀ ਰਾਖੀ ਕਰੇਗੀ। ਹਾਂਜੀ, ਜੇ ਆਪਾਂ ਜਿਹੜੀਆਂ ਔਰਤਾਂ ਦੀ ਮੁਹਿੰਮ ਖਾਸ ਤੌਰ ਦੇ ਪੰਜਾਬ ਦੇ ਵਿੱਚ ਹੈ, ਤੁਸੀਂ ਵੀ 30-35 ਸਾਲ ਤੋਂ ਉਹਦੇ ਨਾਲ ਜੁੜੇ ਹੋਏ ਹੋ, ਜਦੋਂ ਦਾ ਮੈਂ ਸੁਣ ਰਿਹਾ ਤਾਂ ਇਹੀ ਜਿਹੜਾ ਇੱਕ ਦਲੀਲ ਆ ਰਹੀ ਹੈ ਕਿ ਵੀ ਸਾਡੀ ਸਮਾਜਿਕ ਸੋਚ ਬਦਲਣ ਦੀ ਲੋੜ ਹੈ, ਮੁੰਡਿਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਔਰਤਾਂ ਬਰਾਬਰ ਦੀਆਂ ਮਨੁੱਖ ਨੇ, ਉਹਨਾਂ ਦਾ ਸਤਿਕਾਰ ਕਰੋ। ਇਹ ਜਿਹੜੀ ਦਲੀਲ ਹੈ ਜਿਉਂਦੀ ਤਿਉਂ ਖੜੀ ਹੈ ਤੇ ਹਿੰਸਾ ਜਿਹੜੀ ਹੈ ਉਹ ਲਗਾਤਾਰ ਕਰੂਰ ਤੋਂ ਕਰੂਰ ਹੁੰਦੀ ਜਾ ਰਹੀ ਹੈ। ਮੈਂ ਕਹਾਂਗੀ ਕਿ ਹਾਲਾਂਕਿ ਤੁਹਾਡੀ ਗੱਲ ਠੀਕ ਹੈ, ਲੇਕਿਨ ਹਾਲਾਤ ਬਹੁਤ ਬਦਲੇ ਨੇ ਬਹੁਤ ਵੱਡੇ ਤਰੀਕੇ ਦੇ ਨਾਲ ਪਿਛਲੇ 4-5 ਸਾਲਾਂ ਦੇ ਵਿੱਚ ਕਹਿ ਲਓ, 7 ਸਾਲਾਂ 'ਚ ਕਹਿ ਲਓ ਕਿ ਆਰਥਿਕ ਹਾਲਾਤ ਬਦਲੇ ਨੇ ਦੇਸ਼ ਦੇ, ਜਿਹਦੇ ਵਿੱਚ ਔਰਤਾਂ ਕੁੜੀਆਂ ਬਹੁਤ ਵੱਡੇ ਲੈਵਲ ਤੇ ਬਾਹਰ ਆਈਆਂ ਨੇ। ਜੀ, ਉਹ ਹਰ ਥਾਂ ਦੇ ਉੱਤੇ ਨਜ਼ਰ ਆਉਂਦੀਆਂ ਨੇ ਸੜਕਾਂ ਤੇ ਉਹਨਾਂ ਦੀਆਂ ਉਮੰਗਾਂ ਜਾਗੀਆਂ ਨੇ। ਜੀ, ਉਹ ਨੌਜਵਾਨ ਕੁੜੀਆਂ ਜੋ ਹੈ ਉਹ ਸਕੂਟਰਾਂ ਦੇ ਉੱਤੇ, ਸਾਈਕਲਾਂ ਦੇ ਉੱਤੇ ਹਰ ਥਾਂ ਤੁਰੀਆਂ ਹੋਈਆਂ, ਉਹਨਾਂ ਦੇ ਮਾਂ-ਬਾਪ ਵੀ ਉਹਨਾਂ ਦੀ ਸਪੋਰਟ ਕਰਦੇ ਨੇ। ਸੋ ਇਹ ਚੀਜ਼ ਇੱਕ ਆਈ ਹੈ। ਹੁਣ ਇਹ ਜੋ ਕਰਵ ਹੈ, ਜੋ ਇਹ ਕਰਵ ਹੈ, ਇਹਦੇ ਅੱਗੇ ਅੱਗੇ ਚੱਲਣਾ ਚਾਹੀਦਾ ਸੀਗਾ ਮਾਨਸਿਕਤਾ ਨੂੰ ਵੀ ਇੱਕ ਮੋੜ ਦੇਣ ਦਾ, ਜੋ ਹਾਲੇ ਅਸੀਂ ਉਸ ਪਾਸਿਓਂ ਪਿੱਛੇ ਹਾਂ। ਹਾਂ, ਰਜਨੀ ਤੁਸੀਂ ਵੀ ਇਹਨਾਂ ਮੁੱਦਿਆਂ ਦੇ ਉੱਤੇ ਬਹੁਤ ਪੈਸ਼ਨੇਟਲੀ ਲਿਖਦੇ ਰਹੇ ਹੋ ਬਤੌਰ ਪੱਤਰਕਾਰ, ਤੇ ਮੈਨੂੰ ਪਤਾ ਤੁਸੀਂ ਬਹੁਤ ਸੀਰੀਅਸਲੀ ਇਹਨਾਂ ਮੁੱਦਿਆਂ ਬਾਰੇ ਸੋਚਦੇ ਹੋ। ਤੁਸੀਂ ਕੀ ਸੋਚਦੇ ਹੋ ਜਦੋਂ ਗਵਰਨਮੈਂਟ ਇਸ ਕਿਸਮ ਦਾ ਪਾਲਿਸੀ ਇਨੀਸ਼ੀਏਟਿਵ ਲੈਂਦੀ ਹੈ? गवर्नमेंट ने पॉलिसी इनिशिएटिव लिया, हालांकि लेट लिया, पर फिर भी चंगी गल है कि लेता है। आई थिंक जी असली पहल होनी चाहिए वो घर तो होनी चाहिए, एक मदर तो होनी चाहिए। सरकार घर घर जाके लोगों की मानसिकता नहीं बदल सकती। तुसीं किन्ने भी कानून खड़े कर दो, कानून खड़े करने जरूरी हैगे ने, लोगों को डेटरेंट होना चाहिए कि तुसीं ये क्राइम नहीं कर सकते, पर जब तक एक मदर आप अपने बच्चों च वो बराबरी नहीं करती तद तक वो मुंडिया नूं, पूनम जी ने बिल्कुल ठीक किया कि जब तक मुंडा ये समझदा रहेगा कि मेरा सब कुछ ही मेरा हक है ਤੇ ਮੈਨੂੰ ਜੇ ਕੁਝ ਵੀ ਡਿਨਾਈ ਹੋ ਗਿਆ ਤੇ ਫਿਰ ਕੁੜੀ ਤੇ ਐਸਿਡ ਫੈਂਕ ਦਿਓ, ਮਤਲਬ ਉਹਦੀ ਉਹ ਫਿਰ ਜ਼ਿੰਦਾ ਲਾਸ਼ ਹੈ ਕੁੜੀ। ਤੇ ਆਪਾਂ ਜਿਹੜੀ ਫੋਟੋਜ਼ ਅਖਬਾਰਾਂ 'ਚ ਵੇਖਨੇ ਆ ਉਹਦੀ ਪਹਿਲੇ ਦੀ ਤੇ ਹੁਣ ਦੀ, ਉਹ ਵਿਚਾਰੀ ਕੁੜੀ ਨੇ ਕੀ ਉਹਦਾ ਫਿਊਚਰ ਕੀ ਰਹਿ ਗਿਆ। ਇਟ ਇਜ਼ ਵੈਰੀ ਇੰਪੋਰਟੈਂਟ ਕਿ ਇੱਕ ਮਾਂ ਉਹ ਪਹਿਲ ਕਰੇ ਆਪਣੇ ਘਰ 'ਚ ਕਿ
ਕੁਝ ਚੀਜ਼ਾਂ ਹੈਗੀਆਂ, ਕੁਝ ਉਹ ਤੁਸੀਂ ਉਹ ਲਕਸ਼ਮਣ ਰੇਖਾ ਨਹੀਂ ਤੁਸੀਂ ਲੰਘ ਸਕਦੇ। ਉਹ ਹੁਣ ਉਹ ਲਕਸ਼ਮਣ ਰੇਖਾ ਲੜਕੀਆਂ ਲਈ ਬਹੁਤ ਜ਼ਰੂਰੀ ਹੈ ਕਿ ਇਹ ਮਰਿਆਦਾ ਹੈਗੀ ਹੈ। ਇੱਕ ਪੁਰਸ਼ ਹੋਣਾ, ਜਿਵੇਂ ਫਰਹਾਨ ਅਖਤਰ ਨੇ ਇੱਕ ਕੈਂਪੇਨ ਚਲਾਇਆ ਹੈ, ਇੱਕ ਪੁਰਸ਼ ਹੋਣਾ ਇੱਕ ਮਾਇਨੇ ਰੱਖਦਾ ਹੈ, ਇੱਕ ਮਰਦ ਹੋਣਾ ਇੱਕ ਮਾਇਨੇ ਰੱਖਦਾ ਹੈ। ਇਹ ਮਾਂ ਨੂੰ ਸਿਖਾਉਣਾ ਹੈ ਕਿ ਤੁਹਾਡਾ ਇੱਕ ਮਰਦ ਹੋਣਾ ਇੱਕ ਮਾਇਨੇ ਰੱਖਦਾ ਹੈ। ਯੂ ਹੈਵ ਟੂ ਪ੍ਰੋਟੈਕਟ ਦ ਵੂਮਨ, ਯੂ ਕਾਂਟ ਅਟੈਕ ਹਰ। ਤੁਸੀਂ ਉਹਦੀ ਜਾਨ ਨਹੀਂ ਲੈ ਸਕਦੇ, ਉਹਨੂੰ ਖਤਮ ਨਹੀਂ ਕਰ ਸਕਦੇ। ਪਰ ਰਜਨੀ, ਇੱਕ ਤਬਕਾ ਤਾਂ ਸਮਾਜ ਦੇ ਵਿੱਚ ਹਮੇਸ਼ਾ ਇਸ ਕਿਸਮ ਦਾ ਰਹਿੰਦਾ ਜਿਹੜਾ ਔਰਤ ਦੀ ਸਤਿਕਾਰ ਦੀ ਹਮੇਸ਼ਾ ਗੱਲ ਕਰਦਾ। ਸਤਿਕਾਰ ਪੂਰੇ ਸਮਾਜ ਦੇ ਵਿੱਚ ਹੋਵੇ ਜਾਂ ਨਾ ਹੋਵੇ ਉਹ ਵੱਖਰੀ ਗੱਲ ਹੈ, ਪਰ ਜਦੋਂ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ ਕਿ ਸਖਤ ਕਾਨੂੰਨ ਹੋਏਗਾ ਤੇ ਸਜ਼ਾ ਮਿਲੇਗੀ। ਜਿਹੜਾ ਇਸ ਕਿਸਮ ਦਾ ਅਪਰਾਧ ਹੈ, ਖਾਸ ਤੌਰ ਦੇ ਉੱਤੇ ਜਦੋਂ ਉਹ ਤੇਜ਼ਾਬੀ ਹਮਲੇ ਕੀਤੇ ਜਾਂਦੇ ਨੇ, ਉਹ ਜਿਸ ਕਿਸਮ ਦੇ ਮਾਨਸਿਕ ਹਾਲਾਤ ਦੇ ਵਿੱਚ ਕੀਤਾ ਜਾਂਦਾ ਹੈ, ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਸੋਚਣ ਸਮਝਣ ਵਾਲੀ ਹਾਲਤ ਤੇ ਹੁੰਦੀ ਨਹੀਂ, ਤੇ ਉੱਥੇ ਕਾਨੂੰਨ ਕੀ ਕਰੇ? ਉਹਦੀ ਮਾਨਸਿਕ ਹਾਲਾਤ ਕੀ ਹੈਗੇ ਨੇ ਕਿ ਲੜਕੀ ਨੇ ਉਹਨੂੰ ਕਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰੂੰਗੀ, ਮੈਂ ਤੇਰੇ ਨਾਲ ਫਰੈਂਡਸ਼ਿਪ ਨਹੀਂ ਕਰੂੰਗੀ, ਤੇ ਉਹ ਇੰਨੀ ਖੁੱਲ ਆਪਣੀ ਲੈ ਲੈਂਦਾ ਹੈ ਕਿ ਹੁਣ ਮੈਂ ਇਸ ਲੜਕੀ ਨੂੰ ਤਬਾਹ ਕਰ ਦਿਆਂਗਾ, ਇਹਦੇ ਤੇ ਐਸਿਡ ਫੈਂਕ ਦਿਆਂਗਾ। ਉਹ ਅੱਜ ਤੱਕ ਕਿ ਮੁੰਡੇ ਜਿਹੜੇ ਐਸਿਡ ਆ ਕੇ ਫੈਂਕਦੇ ਨੇ, ਉਹ ਸੋਚਦੇ ਨਹੀਂ ਕਿ ਉਹ ਟੋਟੈਲਿਟੀ ਕੀ ਹੈਗੀ, ਉਹ ਰਿਐਲਿਟੀ ਕੀ ਹੈਗੀ ਹੈ, ਕੀ ਬਣ ਜਾਏਗੀ ਉਸ ਲੜਕੀ ਦੀ ਲਾਈਫ, ਜਾਂ ਫਿਰ ਮੈਂ ਤੈਨੂੰ ਤਬਾਹ ਕਰ ਦੂੰਗਾ, ਮੈਂ ਤੈਨੂੰ ਕਿੱਥੇ ਤੱਕ ਛੱਡੂੰਗਾ। ਆਫ ਕੋਰਸ ਉਹ ਪੂਰੇ ਸਕਸੈਸਫੁਲ ਨੇ। ਉਸ ਮੁੰਡੇ ਨੇ ਜਿਹਨੇ ਵੀ ਇਹ ਕੀਤਾ, ਜਿਹਨੇ ਹੰਡਰਡਸ ਆਫ ਕੇसेस ਹੋਏ ਨੇ ਇਨ ਨਾਰਥ ਇੰਡੀਆ, ਉਹ ਕੁੜੀ ਨੂੰ ਕਿੱਥੇ ਤਾਂ ਨਹੀਂ ਛੱਡਿਆ। ਬਿਲਕੁਲ ਠੀਕ ਹੈ, ਬਟ ਇਹ ਚੇਂਜ ਕਿੱਥੋਂ ਹੋਏਗੀ? ਕੱਲੀ ਸਰਕਾਰ ਪਹਿਲ ਕਰੇ, ਬਹੁਤ ਜ਼ਰੂਰੀ ਹੈ, ਬਟ ਚੇਂਜ ਹਮੇਸ਼ਾ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਪਰ ਕੁੱਲ ਮਿਲਾ ਕੇ ਗੱਲ ਤੇ ਇਹੋ ਹੋਈ ਨਾ ਕਿ ਜਦੋਂ ਤੁਹਾਨੂੰ ਇਹ ਪੁੱਛ ਲਿਆ ਗਿਆ ਕਿ ਤੂੰ ਮੇਰੇ ਨਾਲ ਵਿਆਹ ਕਰੇਂਗੀ ਜਾਂ ਨਹੀਂ ਕਰੇਂਗੀ, ਤੂੰ ਮੇਰੇ ਨਾਲ ਦੋਸਤੀ ਕਰੇਂਗੀ ਜਾਂ ਨਹੀਂ ਕਰੇਂਗੀ, ਤੁਸੀਂ ਆਪਣੀ ਮਲਕੀਅਤ ਮੰਨ ਲਈ ਹੈ ਇੱਕ ਕੁੜੀ ਦੇ ਉੱਤੇ। ਜੇ ਤੁਹਾਨੂੰ ਅਗਲੇ ਨੇ ਨਾ ਕਰ ਦਿੱਤੀ ਹੈ ਤਾਂ ਤੁਸੀਂ ਉਹਦੇ ਬਾਰੇ ਸੋਚਣ ਨੂੰ ਤਿਆਰ ਹੀ ਨਹੀਂ ਹੈਗੀ। ਮਸਲਾ ਤਾਂ ਇੱਥੇ ਹੈ ਨਾ ਕਿ ਜਦੋਂ ਤੁਸੀਂ ਆਪਣੀ ਮਾਨਸਿਕਤਾ ਦੇ ਵਿੱਚ ਇਹ ਗੱਲ ਬਿਠਾਈ ਬੈਠੇ ਹੋ, ਹਾਂ, ਕਿ ਮੇਰਾ ਰਾਈਟ ਹੈ, ਤੂੰ ਮਨਾ ਕਿਵੇਂ ਕਰ ਸਕਦੀ ਹੈ? ਜਾਂ ਫਿਰ ਉਹਦੇ ਨਾਲ ਪਹਿਲਾਂ ਕੋਈ ਕਹਿੰਦਾ ਕਿ ਮੇਰੇ ਨਾਲ ਪਹਿਲਾਂ ਫਰੈਂਡਸ਼ਿਪ ਸੀਗੀ, ਹੁਣ ਮੇਰੇ ਨਾਲ ਫਰੈਂਡਸ਼ਿਪ ਤੋੜ ਕੇ ਕਿਸੇ ਹੋਰ ਨਾਲ ਫਰੈਂਡਸ਼ਿਪ ਕਰ ਲਈ ਹੈ, ਤਾਂ ਵੀ ਮੈਂ ਤਬਾਹ ਕਰ ਦੇਵਾਂਗਾ। ਮਤਲਬ ਇੱਕ ਲਾਅ ਇੰਨਾ ਡੈਟਰੈਂਟ ਹੋਣਾ ਚਾਹੀਦਾ ਹੈ ਕਿ ਇਹ ਗੱਲ ਇੱਥੇ ਬਾਅਦ ਚ ਆਏ ਕਿ ਮੈਂ ਆਪਾਂ ਕੰਪਨਸੇਸ਼ਨ ਦੇਵਾਂਗੇ, ਆਪਾਂ ਫ੍ਰੀ ਟ੍ਰੀਟਮੈਂਟ ਦੇਵਾਂਗੇ। ਕਿਸੇ ਮੁੰਡੇ ਨੂੰ ਡਰ ਹੋਣਾ ਚਾਹੀਦਾ ਇੰਨਾ ਕਿ ਮੈਂ ਜੇ ਇਹ ਅਟੈਕ ਕਰੂੰਗਾ ਤੇ ਜੇ ਮੈਂ ਆਇਡੈਂਟੀਫਾਈ ਹੋ ਗਿਆ ਤੇ ਪਨਿਸ਼ਮੈਂਟ ਬਹੁਤ ਵੱਡੀ ਹੈ ਤੇ ਹੋਏਗੀ ਹੀ ਹੋਏਗੀ, ਇੰਨਾ ਡਰ ਹੋਣਾ ਚਾਹੀਦਾ। ਅਰੋੜਾ ਸਾਹਿਬ, ਜਿਹੜਾ ਇਹ ਸਾਰੇ ਇਸ ਕਿਸਮ ਦੇ ਤੇਜ਼ਾਬੀ ਹਮਲਿਆਂ ਵਾਲੇ ਮਾਮਲੇ ਨੇ ਤਾਂ ਬਹੁਤ ਘਾਤਕ ਨੇ, ਮਤਲਬ ਇਹਦੇ ਬਾਰੇ ਤਾਂ ਕੋਈ ਸ਼ੱਕ ਨਹੀਂ, ਤੇ ਜਿਹੜੇ ਬੰਦੇ ਕਰਦੇ ਨੇ ਉਹਨਾਂ ਨੂੰ ਸਖਤ ਸਜ਼ਾ ਵੀ ਮਿਲਣੀ ਚਾਹੀਦੀ ਹੈ। ਜੋ ਪੀੜਤ ਹੈ ਉਹਦੀ ਮੁੜ ਬਹਾਲੀ ਵੀ ਹੋਣੀ ਚਾਹੀਦੀ ਹੈ। ਬਤੌਰ ਸਮਾਜ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਵੀ ਪੀੜਤਾਂ ਦੀ ਗਿਣਤੀ 'ਚ ਵਾਧਾ ਨਾ ਹੋਵੇ। ਇਸ ਮਾਮਲੇ ਦੇ ਵਿੱਚ ਵੀ ਜਿਹੜੀ ਤੁਸੀਂ ਪਟੀਸ਼ਨ ਫਾਈਲ ਕੀਤੀ ਆ, ਉਹਦੇ ਵਿੱਚ ਕੋਈ ਇਸ ਦਾ ਸੁਝਾਅ ਸੀਗਾ ਕਿ ਵੀ ਇਹ ਕਿਵੇਂ ਹੋ ਸਕਦਾ? ਜਿਹੜਾ ਰੋਕਥਾਮ ਵਾਲਾ ਪੱਖ ਹੈ, ਇਲਾਜ ਵਾਲਾ ਠੀਕ ਹੈ, ਰੋਕਥਾਮ ਵਾਲੇ ਪੱਖ ਦੇ ਉੱਤੇ ਕੁਝ ਤਾਂ ਪਹਿਲੇ ਹੋ ਚੁੱਕਾ ਹੈਗਾ, ਇਹ ਠੀਕ ਹੈ। ਇਹਨੂੰ ਲਾਗੂ ਕਰਾਉਣ ਵਾਸਤੇ ਲੋਕ ਅੱਗੇ ਨਹੀਂ ਆਉਂਦੇ, ਬਹੁਤ ਘੱਟ ਲੋਕ ਹੁੰਦੇ ਜਿਹੜੇ ਉਹਨੂੰ ਲਾਗੂ ਕਰਾਉਂਦੇ। ਥੋੜੇ ਦਿਨਾਂ ਬਾਅਦ ਸਾਡਾ ਸਮਾਜ ਭੁੱਲ ਜਾਂਦਾ ਕਿ ਸੁਪਰੀਮ ਕੋਰਟ ਨੇ ਕੀ ਡਾਇਰੈਕਸ਼ਨ ਦਿੱਤੀ ਹੈ, ਉਹਨੂੰ ਲਾਗੂ ਕਰਾਉਣਾ ਵੀ ਸਾਡਾ ਹੀ ਫਰਜ਼ ਹੈ। ਔਰ ਉਹਦਾ ਜਿਹੜਾ ਦੂਸਰਾ ਪਹਿਲੂ ਹੈ ਲਾਗੂ ਕਰਾਉਣ ਦਾ, ਜਿੰਨਾ ਚਿਰ ਸਾਡੇ ਪੁਲਿਸ ਸਿਸਟਮ ਦੇ ਸੁਧਾਰ ਨਹੀਂ ਹੁੰਦੇ ਔਰ ਇਹ ਕਰਪਸ਼ਨ ਔਰ ਇਹਨਾਂ ਦੀ ਜੋ ਮਰਜ਼ੀ ਕਰੀ ਜਾ ਰਹੇ ਨੇ, ਆਰਬਿਟਰੀ ਐਕਸ਼ਨ ਲਈ ਜਾ ਰਹੇ ਨੇ, ਮੈਂ ਤੁਹਾਨੂੰ ਇੱਥੋਂ ਤੱਕ ਦੱਸਣ ਨੂੰ ਤਿਆਰ ਹਾਂ, ਇਹ ਜ਼ਬਾਨੀ ਕਹਿਣਾ ਕਿ ਮੈਂ ਤੈਨੂੰ ਤਬਾਹ ਕਰ ਦਿਆਂਗਾ, ਸ਼ਾਇਦ ਉਹਦਾ ਕਈ ਵਾਰੀ ਪ੍ਰੂਫ ਨਹੀਂ ਹੁੰਦਾ। SMS ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ, ਗੁੰਡੇ ਇੰਨੇ ਮਤਲਬ ਉਹਦਾ ਸਬੂਤ ਵੀ ਹੈ ਤੁਹਾਡੇ ਕੋਲ, ਇਹਦੇ ਬਾਵਜੂਦ ਪੁਲਿਸ ਕੁਝ ਵੀ ਕਰਨ ਨੂੰ ਤਿਆਰ ਨਹੀਂ। 20 ਦਿਨ ਹੋ ਗਏ ਨੇ ਇਸ ਚੀਜ਼ ਨੂੰ ਜੀ, SMS ਦਿੱਤੇ ਹੋਏ ਨੇ ਪੁਲਿਸ ਨੂੰ। ਚੰਡੀਗੜ੍ਹ ਦਾ ਕੇਸ ਹੈ, ਇਹਦੇ ਬਾਵਜੂਦ FIR ਦਰਜ ਕਰਨ ਨੂੰ ਤਿਆਰ ਨਹੀਂ ਹੈਗੇ। ਸੋ ਉਸ ਵੱਲ ਵੀ ਸਾਨੂੰ ਧਿਆਨ ਦੇਣਾ ਪਏਗਾ। ਔਰ ਤੀਸਰਾ ਜਿਹੜਾ ਪਹਿਲੂ ਹੈਗਾ, ਐਸਿਡ ਦੀ ਜਿਹੜੀ ਵਿਕਰੀ ਵਗੈਰਾ ਹੈਗੀ, ਇਹਦੇ ਬਾਰੇ ਕੁਝ ਤਾਂ ਹੀ ਮੈਂ ਐਪਲੀਕੇਸ਼ਨ ਲਾਈ ਸੀ ਕਿ ਜਿਹੜੇ ਕੰਸਨਟ੍ਰੇਟਡ ਸਲਫਿਊਰਿਕ ਐਸਿਡ ਔਰ ਹਾਈਡਰੋਕਲੋਰਿਕ ਐਸਿਡ ਹੈ, ਹਾਂਜੀ, ਇਹ ਕਿਸੇ ਅਨਆਥੋਰਾਈਜ਼ਡ ਬੰਦੇ ਕੋਲ ਪਾਇਆ ਜਾਣਾ, ਇਸ ਨੂੰ ਵਿਸਫੋਟਕ ਨੂੰ ਰੱਖਣ ਦੇ ਬਰਾਬਰ ਮੰਨਿਆ ਜਾ, ਐਕਸਪਲੋਸਿਵ ਨੂੰ ਰੱਖਣ ਦੇ, ਜਿਸ ਦੀ 10 ਸਾਲ ਦੇ ਕਰੀਬ ਸਜ਼ਾ ਕੈਦ ਹੈਗੀ ਹੈ ਜੀ, ਤਾਂ ਜਾ ਕੇ ਸ਼ਾਇਦ ਕੁਝ ਸੁਧਾਰ ਹੋਵੇ। ਔਰ ਆਇਡੈਂਟੀਫਿਕੇਸ਼ਨ ਤੋਂ ਬਗੈਰ ਵੇਚਣ ਦੀ ਸਜ਼ਾ ਵੀ ਇਹੀ ਰੱਖੀ ਜਾਵੇ। ਮਤਲਬ ਜਿਵੇਂ ਦਵਾਈਆਂ ਦੇ ਮਾਮਲੇ ਦੇ ਵਿੱਚ ਹੈ ਕਿ ਜਿੰਨੀ ਦੇਰ ਡਾਕਟਰ ਤੁਹਾਨੂੰ ਲਿਖ ਕੇ ਨਹੀਂ ਦਿੰਦਾ, ਤੁਹਾਨੂੰ ਇਹਨਾਂ ਜਿਹੜੇ ਰਸਾਇਣਾਂ ਦੀ ਜ਼ਰੂਰਤ ਹੈ, ਜਿੰਨੀ ਦੇਰ ਤੁਹਾਡੇ ਕੋਲ ਉਹ ਪਰਚੀ ਨਹੀਂ ਹੈਗੀ ਹੈ, ਤੁਸੀਂ ਕਿਸ ਕੰਮ ਲਾਉਣੇ ਨੇ, ਉਨੀ ਦੇਰ ਤੁਹਾਨੂੰ ਨਹੀਂ ਮਿਲਣੇ ਚਾਹੀਦੇ। ਔਰ ਦੂਸਰੀ ਜਿਹੜੀ ਪ੍ਰੀਵੈਂਸ਼ਨ ਦੀ ਗੱਲ ਮੈਡਮ ਵੀ ਕਰ ਰਹੇ ਸੀ, ਉਹ ਬੜੀ ਜਾਇਜ਼ ਹੈ, ਪਰ ਸੁਪਰੀਮ ਕੋਰਟ ਨੇ ਕੁਝ ਜਿਹੜੇ ਗਾਈਡਲਾਈਨਸ ਦਿੱਤੀਆਂ ਜਿਨ੍ਹਾਂ ਨੂੰ ਲਾਗੂ ਕਰਨਾ ਜੇ ਬਾਕੀ ਹੈ, ਕਿਉਂਕਿ ਸਿਰਫ 6 ਮਹੀਨੇ ਹੋਏ ਨੇ ਔਰ ਉਹਨਾਂ ਗਾਈਡਲਾਈਨਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੁਬਾਰਾ ਦੁਹਰਾਇਆ ਸਿਰਫ 1.5 ਮਹੀਨਾ ਹੋਇਆ ਜੀ, ਜਿਸ ਦੇ ਵਿੱਚ ਹਰ ਚੌਂਕ ਦੇ ਵਿੱਚ, ਹਰ ਰਾਉਂਡ ਅਬਾਊਟ, ਹਰ ਪਬਲਿਕ ਪਲੇਸ ਦੇ ਉੱਤੇ CCTV ਕੈਮਰੇ ਲਗਾਉਣੇ ਲਾਜ਼ਮੀ ਕਰ ਦਿੱਤੇ ਗਏ ਨੇ ਜੀ। ਔਰ ਇਸ ਤਰ੍ਹਾਂ ਵਿਮਨ ਪੁਲਿਸ ਫੋਰਸ ਬੱਸਾਂ ਦੇ ਵਿੱਚ ਵੀ ਔਰ ਹਰ ਜਗ੍ਹਾ ਤੇ, ਇਹਨਾਂ ਜਗ੍ਹਾ ਦੇ ਉੱਤੇ ਵੀ ਖੜੀ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ। ਉਹਨਾਂ ਨੂੰ ਲਾਗੂ ਕਰਵਾਉਣਾ ਪਏਗਾ ਸਾਨੂੰ ਤਕੜੇ ਹੋ ਕੇ। ਔਰ ਸ਼ਾਇਦ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਆਖਰੀ ਸਾਹ ਤੱਕ ਇਹੀ ਕੁਝ ਕਰਦੇ ਰਹਿਣਾ ਪਏਗਾ ਹਰ ਰੋਜ਼
ਤੇ ਕੰਟੈਂਪਟ ਵਿੱਚ ਇਹਨਾਂ ਨੂੰ ਘਸੀਟਣਾ ਪੈ ਗਿਆ, ਜਿਹੜੇ ਲਾਗੂ ਨਹੀਂ ਕਰਨਗੇ। ਇਹਨੂੰ ਲਾਗੂ ਕਰਾਉਣਾ ਬੜਾ ਜ਼ਰੂਰੀ, ਸਾਡਾ ਸਮਾਜ ਲਾਗੂ ਨਹੀਂ ਕਰਾਉਂਦਾ, ਦੈਟ ਇਜ਼ ਦੀ ਪ੍ਰੋਬਲਮ। ਅਰੋੜਾ ਸਾਹਿਬ, ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਬਹੁਤ ਅਹਿਮ ਹੈ। ਮੈਂ ਮਤਲਬ ਟੈਲੀਵਿਜ਼ਨ ਦੇ ਉੱਤੇ ਕਬੂਲ ਕਰਨਾ ਚਾਹੁੰਦਾ ਕਿ ਜੇ ਤੁਹਾਡੇ ਵਰਗੇ ਬੰਦੇ ਨੇ ਤਾਂ ਇਸ ਕਿਸਮ ਦੀਆਂ ਪਹਿਲ ਕਦਮੀਆਂ ਹੋ ਰਹੀਆਂ ਨੇ। ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ। ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸੰਗਰੂਰ ਤੋਂ ਜੀ। ਹਾਂਜੀ ਬੋਲੋ। ਇਹ ਜਿਹੜਾ ਆਪਣਾ ਸਿਸਟਮ ਚੱਲ ਰਿਹਾ ਜੀ, ਮਾਨਸਿਕਤਾ ਦੀ ਗੱਲ ਕਰਦੇ ਹੋ ਤੁਸੀਂ ਜਿਹੜੀ ਜੀ, ਤੇ ਇਹ ਸਾਡੇ ਜਿਹੜੇ ਸਾਰਾ ਦਿਨ ਗੀਤ ਸੰਗੀਤ ਚੱਲ ਰਹੇ ਨੇ ਨਾ, ਇਹਨਾਂ ਦੇ ਵਿੱਚੋਂ ਮਾਨਸਿਕਤਾ ਉਪਜਦੀ ਹੈ ਜੀ। ਬੱਸਾਂ 'ਚ ਚਲੋ ਤਾਂ ਵੀ ਉਹਦੇ ਚ ਸੀੜੀਆਂ ਤੇ ਉਹ ਚੱਲ ਰਹੀਆਂ ਨੇ ਕਿ ਮੈਂ ਤੈਨੂੰ ਇਸ ਤਰ੍ਹਾਂ ਕਰ ਦੂੰ, ਇਸ ਤਰ੍ਹਾਂ ਕਰ ਦੂੰ ਜੀ। ਇਸੇ ਤਰ੍ਹਾਂ ਸਾਰਾ ਕੁਝ ਜਿਹੜਾ ਸਾਡੇ ਆਲੇ ਦਾ ਚੱਲ ਰਿਹਾ, ਉਸੇ ਤੋਂ ਮਨ ਪ੍ਰਭਾਵਿਤ ਹੋ ਕੇ ਇਹੋ ਜਿਹੇ ਸਟੈਪ ਚੱਕਦਾ ਹੈ ਜੀ ਜੀ। ਜਦੋਂ ਤੱਕ ਅਸੀਂ ਸਾਡੇ ਇਸ ਮਾਹੌਲ ਨੂੰ ਨਹੀਂ ਬਦਲਾਂਗੇ, ਉਦੋਂ ਤੱਕ ਇਸ ਗੱਲ ਦਾ ਜੜੋਂ ਇਲਾਜ ਨਹੀਂ ਹੋਵੇਗਾ ਜੀ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਪੂਨਮ, ਜਿਹੜਾ ਇਹ ਇੱਕ ਮਸਲਾ, ਇਹ ਬਹੁਤ ਇੱਕ ਅਹਿਮ ਪੱਖ ਹੈ ਕਿ ਕਿਸ ਕਿਸਮ ਦੀਆਂ ਤੁਹਾਡੀਆਂ ਰੁਚੀਆਂ ਨੂੰ ਉਕਸਾਇਆ ਜਾ ਰਿਹਾ। ਉਹ ਇਸ ਤਰ੍ਹਾਂ ਹੈ ਕਿ ਇੱਕ ਕਹਾਣੀ ਬਣਾਈ ਜਾਂਦੀ ਹੈ ਕਿ ਮੁੰਡੇ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਕੋਲ ਬੰਦੂਕ ਹੋਵੇ, ਇਹ ਕੱਪੜੇ ਪਾਵੇ, ਇਸ ਤਰ੍ਹਾਂ ਉਹ ਨੱਚੇ ਤੇ ਇਸ ਤਰ੍ਹਾਂ ਦੇ ਉਹ ਚੀਜ਼ਾਂ ਵਰਤੇ ਤੇ ਕੁੜੀ ਉਹਦੇ ਨਾਲ ਇਸ ਤਰ੍ਹਾਂ ਬਿਹੇਵ ਕਰੇ, ਸਭ ਕੁਝ ਉਹਦੇ ਵਾਸਤੇ ਹੈ। ਤੇ ਇਹ ਇੱਕ ਕਹਾਣੀ ਬਣਾਈ ਜਾਂਦੀ, ਜਿਵੇਂ ਇੱਕ ਸਕ੍ਰਿਪਟ ਲਿਖੀ ਹੁੰਦੀ ਹੈ ਕਿ ਮੁੰਡੇ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ। ਮੈਂ ਤੁਹਾਨੂੰ ਇੱਕ ਅਜੀਬ ਗੱਲ ਦੱਸਦੀ ਹਾਂ ਕਿ ਇੱਕ 4 ਸਾਲ ਦਾ ਲੜਕਾ ਆਪਣੀ ਵੱਡੀ ਭੈਣ ਜੋ ਉਸ ਤੋਂ 12 ਸਾਲ ਵੱਡੀ ਹੈ, ਉਸ ਨੂੰ ਮਾਰਦਾ ਹੈ। ਤੇ ਜੇ ਉਹ ਅੱਗੋਂ ਬੋਲਦੀ ਹੈ ਕੀ ਕਰਦਾ, ਤੇ ਉਹਦੀ ਦਾਦੀ ਕਹਿੰਦੀ ਹੈ ਕਿ ਅੱਗੋਂ ਇਹਨੂੰ ਰੋਕ ਨਾ, ਤੇ ਨਹੀਂ ਤੇ ਇਹਦੇ ਮਤਲਬ ਇਹ ਬੁੱਝ ਜਾਏਗਾ, ਇਹ ਦਹਿਲ ਜਾਏਗਾ, ਇਹਦੇ ਅੰਦਰ ਮਰਦਾਨਗੀ ਨਹੀਂ ਆਏਗੀ। ਸੋ ਉਸ ਬੱਚੇ ਨੂੰ ਮੈਂ ਕਿਹਾ, ਮੈਂ ਉੱਥੇ ਸੀ, ਮੈਂ ਕਿਹਾ ਪੁਲਿਸ ਬੁਲਾਵਾਂ, ਤੂੰ ਇਹਨੂੰ ਮਾਰ ਦੇ। ਉਹ ਬਿਲਕੁਲ ਹੈਰਾਨ ਹੋ ਗਿਆ ਕਿ ਮੈਨੂੰ ਪੁਲਿਸ, ਮਤਲਬ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਉਹਨਾਂ ਲੜਕਿਆਂ ਨੂੰ ਪੁੱਛਣੀਆਂ ਚਾਹੀਦੀਆਂ ਨੇ ਕਿ ਉਹ ਜਦੋਂ ਇੱਕ ਇਹ ਕਲਚਰ ਬਣ ਰਿਹਾ, ਇਹਦੇ ਵਿੱਚ ਚੱਲ ਕੇ ਨਸ਼ੇ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ, ਨੌਜਵਾਨਾਂ ਨੂੰ ਪੌਪ ਕਲਚਰ ਦੇ ਨਸ਼ੇ ਦੇ ਵਿੱਚ। ਤੇ ਇਹ ਪੌਪ ਕਲਚਰ ਇਹ ਨਹੀਂ ਹੈ ਕਹਿ ਰਿਹਾ, ਜਿਵੇਂ ਮੈਡਮ ਨੇ ਕਿਹਾ ਕਿ ਅਸੀਂ ਔਰਤ ਦੇ ਰਖਵਾਲੇ ਆ, ਇਹਦੇ ਵਿੱਚ ਸਾਡੀ ਮਰਦਾਨਗੀ ਹੈ, ਉਹਦੀ ਇੱਜ਼ਤ ਸਾਡੇ ਲਈ ਪਵਿੱਤਰ ਹੈ, ਉਹਦੀ ਇੱਛਾ ਸਾਡੇ ਲਈ ਪਵਿੱਤਰ ਹੈ ਕਿ ਉਹ ਕੀ ਇੱਛਾ ਰੱਖਦੀ ਹੈ। ਮਤਲਬ ਹਾਂ ਦੀ ਵੀ ਅਹਿਮੀਅਤ ਹੈ ਤੇ ਨਾ ਦੀ ਵੀ ਅਹਿਮੀਅਤ ਹੈ। ਹਾਂ ਜੀ, ਨਾ ਦੀ ਤੇ ਹਾਂ ਦੀ ਅਹਿਮੀਅਤ ਹੈ, ਉਹਦੀ ਅਸੀਂ ਇੱਛਾ ਦੀ ਇੱਜ਼ਤ ਕਰਦੇ ਹਾਂ। ਇਹਦੀ ਥਾਂ ਦੇ ਉੱਤੇ ਕਿ ਮੈਂ ਕਹਿ ਦਿੱਤਾ ਤੇ ਸਭ ਕੁਝ ਮੇਰੇ ਵਾਸਤੇ ਪੇਸ਼ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਜਿਹੜੀ ਕਹਾਣੀ ਹੈ, ਇਹ ਕੁਦਰਤੀ ਹੈ ਕਿ ਉਹ ਸਾਹਮਣੇ ਉਹਦੇ ਟੋਇਆ ਹੀ ਟੋਇਆ ਹੈ, ਲੇਕਿਨ ਜੇ ਉਹ ਐਸਿਡ ਅਟੈਕ ਤੱਕ ਨਹੀਂ ਵੀ ਪਹੁੰਚਦਾ ਤਾਂ ਵੀ ਉਹਦੀ ਜ਼ਿੰਦਗੀ ਦੇ ਵਿੱਚ ਟੋਏ ਹੀ ਟੋਏ ਨੇ। ਜੀ ਰਜਨੀ, ਜਿਹੜਾ ਇਹ ਮਸਲਾ ਹੈ ਕਿ ਐਸਿਡ ਅਟੈਕ ਤੇ ਆਪਾਂ ਇਹ ਮੰਨ ਲਿਆ ਕਿ ਵੀ ਬਹੁਤ ਹੀ ਕਰੂਰ ਹੈਗਾ ਮਸਲਾ, ਪਰ ਜਦੋਂ ਜਿਹੜੀ ਗੱਲ ਪੂਨਮ ਕਹਿ ਰਿਹਾ, ਜਿਹੜੇ ਸਾਡੇ ਕਾਲਰ ਕਹਿ ਰਹੇ ਨੇ ਕਿ ਜਿਸ ਕਿਸਮ ਦਾ ਗੀਤ ਸੰਗੀਤ ਟੈਲੀਵਿਜ਼ਨ ਦੇ ਉੱਤੇ, ਰੇਡੀਓ ਦੇ ਉੱਤੇ, ਬੱਸਾਂ ਦੇ ਵਿੱਚ ਲਗਾਤਾਰ ਚੱਲ ਰਿਹਾ, ਖਾਸ ਤੌਰ ਦੇ ਉੱਤੇ ਜਿਹੜੇ ਬੱਸਾਂ ਦੇ ਵਿੱਚ ਰੋਜ਼ਾਨਾ ਸਫ਼ਰ ਕਰਦੇ ਨੇ ਉਹ ਦੱਸਦੇ ਨੇ ਕਿ ਕਿਸ ਕਿਸਮ ਦਾ ਚੱਲ ਰਿਹਾ, ਉਹ ਜੇ ਤੁਸੀਂ ਨਹੀਂ ਵੀ ਕੋਈ ਮੁੰਡਾ ਤੁਹਾਨੂੰ ਛੇੜ ਰਿਹਾ, ਆਪ ਨਹੀਂ ਬੋਲ ਰਿਹਾ, ਜੋ ਤੁਹਾਨੂੰ ਗੀਤ ਦਾ ਹਵਾਲਾ ਮਿਲ ਰਿਹਾ, ਉਹਦੇ ਨਾਲ ਜੋ ਤੁਸੀਂ ਹਰਕਤ ਕਰ ਰਹੇ ਹੋ, ਉਹ ਦੋਨੇ ਜੋੜ ਕੇ ਇੱਕ ਆਪਣੇ ਆਪ ਦੇ ਵਿੱਚ ਕੁੜੀਆਂ ਨੂੰ ਛੇੜਨ ਵਾਲੀ ਗੱਲ ਬਣ ਜਾਂਦੀ ਹੈ। ਤੇ ਇਹ ਜਿਹੜਾ ਇੱਕ ਇੰਪ੍ਰੈਸ਼ਨੇਬਲ ਏਜ ਹੈ, 12 ਤੋਂ ਲੈ ਕੇ 18 ਸਾਲ, 19 ਸਾਲ, 20 ਸਾਲ, 21 ਸਾਲ, ਉਹਦੇ ਵਿੱਚ ਜਦੋਂ ਇਸ ਰੁਚੀ ਨੂੰ ਇਕਸਾਇਆ ਜਾਏਗਾ ਤੇ ਅਸੀਂ ਸਿਰਫ ਡਰ ਦੇ ਮਾਮਲੇ ਦੇ ਵਿੱਚ, ਸਿਰਫ ਡਰ ਲਿਆ ਕੇ, ਖੌਫ ਲਿਆ ਕੇ, ਸਖਤ ਕਾਨੂੰਨ ਲਿਆ ਕੇ ਕਿੰਨਾ ਕੁ ਸਮਾਜ ਸੁਧਾਰ ਲਾਂਗੇ? ਡਰ ਲਾਣਾ ਵੀ ਜ਼ਰੂਰੀ ਹੈਗਾ ਹੈ, ਬਟ ਐਟ ਦ ਸੇਮ ਟਾਈਮ ਇੱਕ ਆਜ਼ਾਦੀ ਜਿਹੜੀ ਹੈਗੀ ਹੈ ਨਾ, ਉਹ ਲੈਣੀ ਪੈਂਦੀ ਹੈ। ਕੋਈ ਤੁਹਾਨੂੰ ਥਾਲ ਤੇ ਨਹੀਂ ਦਿੰਦਾ ਕਿ ਆ ਲੋ ਜੀ ਆਜ਼ਾਦੀ, ਉਹ ਲੈਣੀ ਪੈਂਦੀ ਹੈ, ਆਪਣੇ ਆਪ ਨੂੰ ਅਸਰਟ ਕਰਨਾ ਪੈਂਦਾ ਹੈ। ਤੇ ਆਪਣੇ ਆਪ ਨੂੰ ਅਸਰਟ ਕਰਨਾ ਬੜੀ ਖੂਬਸੂਰਤ ਚੀਜ਼ ਵੀ ਹੈਗੀ ਹੈ, ਘਰ 'ਚ ਲੜਾਈ ਕਰਕੇ ਨਹੀਂ, ਬਟ ਮਾਂ ਨੂੰ ਉੱਥੇ ਸ਼ੁਰੂ ਹੋਣਾ ਚਾਹੀਦਾ ਹੈ ਇੱਕ ਅਸਰਸ਼ਨ ਕਿ ਮੇਰੀ ਜਿਹੜੀ ਇੰਡੀਪੈਂਡੈਂਸ ਹੈਗੀ ਹੈ। ਹੁਣ ਇਹ ਵਿਡੰਬਨਾ ਹੈਗੀ ਹੈ ਕਿ ਵੈਮਨ ਇਹਦੀ ਮੋਰ ਗਿਲਟੀ ਨੇ ਦੈਨ ਮੈਨ, ਲੜਕਿਆਂ ਨੂੰ ਇਹ ਨਸ਼ਾ ਦੇਣ ਲਈ ਕਿ ਤੂੰ ਹੀ ਸਭ ਕੁਝ ਹੈਗਾ। ਦ ਮਦਰ ਇਜ਼ ਮੋਰ ਗਿਲਟੀ ਦੈਨ ਦ ਫਾਦਰ ਐਟ ਟਾਈਮਸ। ਠੀਕ ਹੈ ਜੀ, ਇਹ ਵੂਮਨ ਨੂੰ ਅਸਰਸ਼ਨ ਕਰਨੀ ਚਾਹੀਦੀ ਹੈ ਕਿ ਇੰਡੀਪੈਂਡੈਂਸ। ਪਰ ਘਰ ਦੇ ਵਿੱਚ ਜਦੋਂ ਬਾਪੂ ਦਾ ਰਾਜ ਹੈ, ਮਾਂ ਤਾਂ ਬਾਪੂ ਦੀ ਹੀ ਵਜ਼ੀਰ ਹੈ ਨਾ। ਦੇਖੋ ਜੀ, ਜਨਰੇਸ਼ਨਸ ਚ ਚੇਂਜ ਹੋ ਸਕਦੀ ਹੈ ਜੇ ਤੁਸੀਂ ਚੇਂਜ ਲਿਆਣਾ ਚਾਹੋ, ਜੇ ਤੁਹਾਡੀ ਇੱਛਾ ਹੋਵੇ। ਤੁਸੀਂ ਇੱਛਾ ਤੇ ਉਕਸਾਓ ਆਪਣੀ। ਤੁਹਾਨੂੰ ਨਹੀਂ ਦਿਸ ਰਿਹਾ ਕਿ ਜਿਹੜੀ ਕੁੜੀ ਆਪਣਾ ਜਿਹੜਾ ਆਪਾਂ ਫੋਟੋਆਂ ਵੇਖਨੇ ਆ, ਉਹ ਤੁਹਾਡੀ ਆਪਣੀ ਡਾਟਰ ਕਿਸੇ ਦਿਨ ਹੋ ਸਕਦੀ ਹੈ। ਇਟ ਇਜ਼ ਨਾਟ ਆਲਵੇਜ਼ ਕਿ ਉਹ ਕਿਸੇ ਦੇ ਨਾਲ ਵਰਤਿਆ ਹੈ, ਇੱਕ ਦਿਨ ਤੁਹਾਡੇ ਨਾਲ ਵੀ ਵਰਤ ਸਕਦਾ ਹੈ ਜਿਹੜਾ ਹੋਇਆ ਹੈ। ਜਾਂ ਉਹਨੂੰ ਇਦਾਂ ਵੀ ਦੇਖਿਆ ਜਾ ਸਕਦਾ ਕਿ ਜਿਹਦੇ ਨਾਲ ਵੀ ਵਰਤਿਆ ਉਹ ਸਾਡੇ ਸਮਾਜ ਦਾ ਹਿੱਸਾ ਹੈ, ਉਹਨੇ ਸਾਨੂੰ ਕਦੇ ਮਿਲਣਾ। ਤੁਸੀਂ ਇਹ ਸਾਡੇ ਸਮਾਜ ਦਾ ਹਿੱਸਾ ਤੇ ਛੱਡੋ, ਇਹ ਜਿਹੜੀ ਵਾਇਲੈਂਸ ਹੈਗੀ ਹੈ, ਇਹ ਕਿਸੇ ਨਾ ਕਿਸੇ ਦਿਨ ਤੁਹਾਡੀ ਬੇਟੀ ਤੇ ਵੀ ਆ ਸਕਦੀ ਹੈ। ਤੇ ਜਿਸ ਦਿਨ ਤੁਹਾਡੀ ਬੇਟੀ ਤੇ ਨਹੀਂ ਆਏਗੀ ਨਾ, ਜੇ ਆਪਾਂ ਤੇ ਇੰਨਾ ਫੀਮੇਲ ਫਿਟੀਸਾਈਡ ਕਰਕੇ ਕੁੜੀਆਂ ਹੀ ਮਾਰ ਛੱਡੀਆਂ ਇਨ ਮਿਲੀਅਨਸ, ਇਹ ਤੁਹਾਡੇ ਬੇਟੇ ਨੂੰ ਵੀ ਨਹੀਂ ਛੱਡੇਗੀ ਵਾਇਲੈਂਸ। ਮੈਂ ਤੁਹਾਡੇ ਕੋਲ ਵਾਪਸ ਆ ਰਿਹਾ, ਸਾਡੇ ਕੋਲ ਨਾਲ ਇੱਕ ਕਾਲਰ ਜੁੜੇ ਹੋਏ ਨੇ। ਹਾਂਜੀ, ਤੁਸੀਂ ਕਿੱਥੋਂ ਬੋਲ ਰਹੇ ਹੋ? ਕੀ ਨਾਂ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਿਆਰਾ ਸਿੰਘ ਗੁਮਤੀ ਕਲਾਂ, ਜ਼ਿਲ੍ਹਾ ਬਠਿੰਡਾ ਜੀ, ਤਹਿਸੀਲ ਫੂਲ ਰਾਮਪੁਰਾ ਫੂਲ ਤੋਂ ਬੋਲਦਾ ਜੀ। ਹਾਂਜੀ ਸਾਡੇ ਪਿੰਡ ਗੁਮਤੀ ਕਲਾਂ ਦੀ ਘਟਨਾ ਹੈ ਜੀ। ਜੀ ਕੁਝ ਦਿਨ ਹੋਏ ਜੀ, ਕਿਸੇ ਗੁੰਡੇ ਬੱਚਿਆਂ ਨੇ, ਜੀ ਅਸੀਂ ਗੁਮਤੀ ਕਲਾਂ ਤੋਂ ਬੋਲਦੇ ਜੀ, ਜ਼ਿਲ੍ਹਾ ਬਠਿੰਡਾ, ਹਾਂਜੀ, ਪਿੰਡ ਹਾਂਜੀ। ਗੁਮਤੀ ਕਲਾਂ ਜੀ। ਕੁਝ ਹਾਂਜੀ। ਗੁੰਡੇ ਬੰਦਿਆਂ ਨੇ ਜੀ ਸਾਡੇ ਪਿੰਡ ਕੁਝ ਬੱਚਿਆਂ ਤੋਂ, ਛੋਟਿਆਂ ਤੋਂ ਜੀ ਆਪਣੇ ਫੋਨ ਨੰਬਰ ਲਿਖਵਾਤੇ ਜੀ ਕੁੜੀਆਂ ਦੇ ਬੈਂਚਾਂ ਤੇ। ਜੀ ਕੁੜੀਆਂ ਦੇ ਬੈਂਚਾਂ ਤੇ ਫੋਨ ਨੰਬਰ ਲਿਖਾਤੇ ਜੀ ਵੀ ਉਹ ਕੁੜੀਆਂ ਸਾਡੇ ਨਾਲ ਕੰਟੈਕਟ ਕਰਨ। ਜੀ ਮੰਨ ਲਓ ਕੁਛ ਟਾਈਮ ਨੂੰ ਜੇ ਨਾ ਕੋਈ ਇਹ ਜੀ ਨੱਥ ਪਾਈ, ਉਹਦੀ ਕੰਪਲੇਂਟ ਥਾਣੇ 'ਚ ਵੀ ਪਹੁੰਚੀ ਹੈ ਜੀ। ਜੇ ਜੀ। ਕੋਈ ਉਹ ਨੱਥ ਨਾ ਪਈ ਜੀ ਤਾਂ ਉਹ ਇਹ ਜਿਹਾ ਕੰਮ ਕਰਨਗੇ ਕਿ ਆ ਪਾਉਣਗੇ ਕੁੜੀਆਂ ਤੇ, ਜੀ ਜਾਂ ਕੁੜੀਆਂ ਨੂੰ ਮੱਲੋ ਮੱਲੀ ਚੱਕ ਵੀ ਸਕਦੇ ਆ। ਜੀ ਇਹ ਜਿਹੇ ਹਾਲਾਤਾਂ ਤੇ ਕੰਟਰੋਲ ਪੁਲਿਸ ਨੂੰ ਕਰਨਾ ਚਾਹੀਦਾ ਜੀ। ਆਮ ਲੋਕ ਤਾਂ ਕੁਝ ਨਹੀਂ ਕਰ ਸਕਦੇ, ਲੋਕ ਉਹਨਾਂ ਤੋਂ ਡਰਦੇ ਜੀ, ਗੁੰਡੇ ਬੰਦਿਆਂ ਤੋਂ ਹਰੇਕ ਡਰਦਾ। ਜੀ ਤੁਸੀਂ ਸਾਡੇ ਨਾਲ ਜੁੜੇ, ਕੋਈ ਤੁਹਾਡਾ ਬੰਦਾ ਉਹਨਾਂ ਨੂੰ ਕਹਿਣ ਨੂੰ ਤਿਆਰ ਨਹੀਂ। ਹਾਂਜੀ ਤੁਹਾਡੀ ਗੱਲ ਪੂਰੀ ਹੋ ਗਈ ਹੈ ਜੀ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਧੰਨਵਾਦ। ਪੂਨਮ ਕੀ ਕहेंगे, ਕੀ ਜਵਾਬ ਦੇंगे ਉਹਨਾਂ ਨੂੰ? ਮੈਨੂੰ ਤਾਂ ਇਹੀ ਲੱਗਦਾ ਕਿ ਸਰਕਾਰ, ਸਮਾਜ, ਸਭ ਕੁਝ ਸਭ ਨੂੰ ਰਲ ਕੇ ਕੰਮ ਕਰਨਾ ਪਏਗਾ ਤੇ ਆਪਣੇ ਆਪ ਨੂੰ ਅਸੀਂ ਜੋ ਮਾਂ-ਬਾਪ ਨੇ, ਜਿੱਦਾਂ ਇਹਨਾਂ ਨੇ ਕਿਹਾ, ਉਹਨਾਂ ਨੇ ਵੀ ਧਿਆਨ ਕਰਨਾ ਹੈ। ਕੁੜੀਆਂ ਦੀ ਆਜ਼ਾਦੀ ਇੱਕ ਇਹੋ ਜਿਹੀ ਚੀਜ਼ ਹੈ ਜੋ ਵਾਪਸ ਨਹੀਂ ਹੋ ਸਕਦੀ ਜੀ ਤੇ ਅਸੀਂ ਨਹੀਂ ਚਾਹੁੰਦੇ ਕਿ ਕੁੜੀਆਂ ਨੂੰ ਵਾਪਸ ਘਰਾਂ ਦੇ ਵਿੱਚ ਵਾੜਿਆ ਜਾਵੇ। ਜੀ ਤੇ ਮੁੰਡਿਆਂ ਨੂੰ ਹੀ ਇਹ ਅਕਲ ਕਰਨੀ ਪਏਗੀ ਕਿ ਉਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਕਿ ਜੋ ਉਹਨਾਂ ਦੀ ਇੱਛਾ ਹੋਵੇ ਉਹ ਕਰ ਸਕਦੇ ਨੇ। ਉਹਨਾਂ ਨੂੰ ਗਲਤਫਹਿਮੀਆਂ ਬਹੁਤ ਵੱਡੀਆਂ ਹੋ ਗਈਆਂ ਨੇ। ਆਲਸੋ ਉਹ ਕ੍ਰੇਡਲ ਤੋਂ ਜੰਮ ਕੇ ਨਹੀਂ ਪੈਦਾ ਹੋਏ ਕਿ ਮੈਂ ਜੋ ਮਰਜ਼ੀ ਲੈ ਸਕਣਾ। ਜੀ। ਉਹਨਾਂ ਨੂੰ ਇਹ ਸੀਖ ਦਿੱਤੀ ਜਾਂਦੀ ਹੈ। ਜੀ ਉਹ ਸੀਖ ਨੂੰ ਜਿਹੜੇ ਬਦਲਣ ਦਾ ਜਿਹੜੇ ਰਿਸਪੌਂਸਿਬਿਲਿਟੀ ਹੈਗੀ ਹੈ ਉਹ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਜੀ ਤੁਸੀਂ ਸਾਰੇ ਅੱਜ ਦੀ ਚਰਚਾ ਵਿੱਚ ਸ਼ਾਮਿਲ ਹੋਏ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇਜ਼ਾਬੀ ਹਮਲਿਆਂ ਦੀਆਂ ਪੀੜਤਾਂ ਦੀ ਮੁੜ ਬਹਾਲੀ ਲਈ ਸਰਕਾਰ ਨੇ ਚੰਗੀ ਪਹਿਲ ਕਦਮੀ ਕੀਤੀ ਹੈ। ਉਮੀਦ ਤਾਂ ਇਹੋ ਕੀਤੀ ਜਾ ਸਕਦੀ ਹੈ ਕਿ ਹੁਣ ਇਸ ਖਰੜੇ ਨੂੰ ਨੀਤੀ ਬਣਨ ਵਿੱਚ ਕੋਈ ਮੁਸ਼ਕਿਲ ਨਹੀਂ ਆਏਗੀ। ਇਹ ਨੀਤੀ ਲਾਗੂ ਕਿਵੇਂ ਕੀਤੀ ਜਾਏਗੀ, ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗ ਸਕੇਗਾ। ਉਂਝ ਇਸ ਨੀਤੀ ਦੇ ਘੇਰੇ ਵਿੱਚ ਜੇ ਨਵੇਂ ਨਾ ਆਉਣ ਤਾਂ ਸਾਡਾ ਸਮਾਜ ਵਜੋਂ ਭਲਾ ਹੀ ਹੋਏਗਾ। ਇਸ ਭਲੇ ਲਈ ਇਹ ਸਰਕਾਰੀ ਪਹਿਲ ਕਦਮੀ ਕਾਫੀ ਨਹੀਂ, ਸਮਾਜਿਕ ਸੋਚ ਵਿੱਚ ਤਬਦੀਲੀ ਹੀ ਤੇਜ਼ਾਬੀ ਹਮਲਿਆਂ ਨੂੰ ਰੋਕ ਸਕਦੀ ਹੈ, ਜਿਸ ਵਿੱਚ ਸਭ ਦੀ ਭਾਈਵਾਲੀ ਜ਼ਰੂਰੀ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।